ਜੇ ਅੱਜ ਦੇਖੋ ਇਹ ਜਿਹੜੇ ਘੁਟਾਲੇ ਦੀ ਗੱਲ ਹੈਗੀ, ਜਿਹੜਾ ਧਾਲੀਵਾਲ ਸਾਹਿਬ ਦੇ ਦੀ ਤੁਸੀਂ ਗੱਲ ਕੀਤੀ ਆ, ਤੁਹਾਨੂੰ ਯਾਦ ਹੋਣਾ ਕਿ ਕਾਂਗਰਸ ਸਰਕਾਰ ਦੇ ਟਾਈਮ ਦੇ ਉੱਤੇ ਸਾਰਾ ਕੁਝ ਹੋਇਆ। ਇਹ ਡੇਟਾ ਪਾਈ ਜਾ ਰਹੇ ਆ ਕਿ 1 ਮਹੀਨੇ ਦੇ ਵਿੱਚ ਕਰਾਂਗੇ, 2 ਮਹੀਨੇ ਦੇ ਵਿੱਚ ਕਰਾਂਗੇ। ਹੁਣ ਤੱਕ 5 ਮਹੀਨੇ ਹੋ ਗਏ ਸਰਕਾਰ ਬਣੀ ਨੂੰ। 5 ਮਹੀਨੇ ਦੇ ਵਿੱਚ ਕਿਉਂ ਨਹੀਂ ਮਤਲਬ ਜਿਹੜੇ ਹੈਗੇ ਬੰਦੇ ਫੜ ਕੇ ਅੰਦਰ ਦਿੱਤੇ? ਕਿਸਾਨਾਂ ਦਾ ਜਿਹੜਾ ਲੋਨ ਹੈਗਾ ਉਹ ਜਦੋਂ ਕੈਲਕੂਲੇਸ਼ਨ ਹੋਈ ਸੀ ਉਹ 95,000 ਕਰੋੜ ਰੁਪਏ ਦਾ ਲੋਨ ਸੀ। ਪਿੱਛੇ ਆ ਵੱਡੇ ਬਿਗ ਬੋਲਸ ਹੈਗੇ ਆ ਜਿਹੜੇ, ਇਹਨਾਂ ਨੂੰ 10 ਲੱਖ ਕਰੋੜ ਰੁਪਏ ਦਾ ਜਿਹੜਾ ਹੈਗਾ ਮਾਫ ਕਰਿਆ ਗਿਆ ਹੈਗਾ ਵਿਦਆਊਟ ਐਨੀ ਰੀਜ਼ਨ। ਆ ਜਿਹੜੇ ਝੰਡੇ ਛੱਪੇ ਹੈਗੇ ਆ, ਇਹ ਪੋਲਿਸਟਰ ਦੀ ਜਿਹੜੀ ਉਹ ਹੈਗੀ ਆ ਮਸ਼ੀਨ ਹੈਗੀ ਆ, ਸਿਰਫ ਅੰਬਾਨੀ ਕੋਲ ਆ। ਕਿਉਂ ਇਹ ਛੱਪ ਰਹੇ ਹੈਗੇ ਆ? ਠੀਕ ਹੈ ਨਹੀਂ? ਸੋ ਇਹ ਜਿਹੜੇ ਹਾਲਾਤ ਪੈਦਾ ਕਰੇ ਜਾ ਰਹੇ ਹੈਗੇ ਨਾ ਮੁਲਕ ਦੇ ਵਿੱਚ, ਬੜੇ ਡੇਂਜਰਸ ਹੈ। ਔਰ ਇੱਥੇ ਜਿਹੜੀ ਹੈਗੀ ਆ ਮੋਦੀ ਸਾਹਿਬ ਡਿਕਟੇਟਰ ਬਣਨ ਦੀ ਕੋਸ਼ਿਸ਼ ਕਰ ਰਹੇ ਆ। ਦੂਜਾ ਉਹਨਾਂ ਦਾ ਜਾਨਸ਼ੀਨ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਹੱਥ ਖੜੇ ਕਰਕੇ ਜਿਹੜਾ ਬੋਲਦਾ ਹੈਗਾ ਆਪਣੇ ਕੇਜਰੀਵਾਲ ਸਾਹਿਬ, ਉਹ ਪੈਦਾ ਦੇਖੋ ਇਹਨਾਂ ਦੀਆਂ ਗਲਤੀਆਂ ਕਰਕੇ ਪਿਛਲੇ ਟਾਈਮਾਂ ਦੇ ਵਿੱਚ ਅੱਜ ਇਹ ਇਕੱਠੇ ਹੋਣ ਦਾ ਜਿਹੜਾ ਢੌਂਗ ਕਰ ਰਹੇ ਆ ਜਾਂ ਮਤਲਬ ਕੋਸ਼ਿਸ਼ ਕਰ ਰਹੇ ਹੈਗੇ ਆ, ਇਹਦੇ ਪਿੱਛੇ ਵੀ ਬਹੁਤ ਸਾਰੀਆਂ ਗੱਲਾਂ ਹੈਗੀਆਂ। 3000 ਕਰੋੜ ਰੁਪਇਆ ਲਾਇਆ ਔਰ ਉਹਦੇ ਵਿੱਚ ਜਿੰਨੀ ਮਸ਼ੀਨਰੀ ਆਈ ਸਾਰੀ ਨੂੰ ਜੰਗ ਲੱਗ ਗਈ। ਕਾਰਨ ਕੀ? ਕੋਈ ਡਾਕਟਰ ਇਹਨਾਂ ਦੇ ਜਾ ਕੇ ਰਾਜੀ ਨਹੀਂ ਹੈਗਾ, ਕਿਉਂਕਿ ਡਾਕਟਰਾਂ ਨੂੰ ਜਦੋਂ ਕਰੋੜਾਂ ਰੁਪਈਆ ਲੱਖਾਂ ਰੁਪਈਏ ਦੇ ਪੈਕੇਜ ਮਿਲਦੇ ਹੈਗੇ ਆ, ਤਾਂ ਡਾਕਟਰ ਇਹਨਾਂ ਦੇ ਕਿਉਂ ਜਾਣਗੇ? ਇਹਨਾਂ ਨੇ ਕਿਹਾ ਜੀ ਅਸੀਂ ਮੁਹੱਲਾ ਕਲੀਨਿਕ ਖੋਲ ਕੇ ਛੱਡਾਂਗੇ, ਔਰ ਮੁਹੱਲਾ ਕਲੀਨਿਕ ਪਰ ਮੁਹੱਲਾ ਕਲੀਨਿਕ ਜਿਹੜਾ ਹੈਗਾ 5 ਬੰਦਿਆਂ ਦੀ ਲੋੜ ਹੈ, ਉਹਨਾਂ ਨੂੰ ਇੰਪਲਾਇਮੈਂਟ ਕਿਵੇਂ ਦੇਣਗੇ? ਉਹਨਾਂ ਨੂੰ ਕਹਿੰਦੇ ਅਸੀਂ ਪਰਸੈਂਟੇਜ ਦੇਵਾਂਗੇ ਜੀ। ਦੇਖੋ ਨਾ, 7000 ਏਕੜ ਛਡਾਉਣ ਦੀ ਤਾਂ ਇਹ ਗੱਲ ਕਰ ਰਹੇ ਹੈਗੇ। 7000 ਤੋਂ ਇਨਕਮ ਕਿੰਨੀ ਹੋਈ ਆ ਉਹ ਵੀ ਦੱਸਣ ਲੋਕਾਂ ਨੂੰ। ਸਾਰੀਆਂ ਸਟੇਟਾਂ ਨਾਲੋਂ ਪੰਜਾਬ ਜਿਹੜਾ ਹੈਗਾ ਫੇਰ ਵੀ ਖੁਸ਼ਹਾਲ ਹੈ। ਹਾਲਾਂਕਿ ਪੰਜਾਬ ਦੇ ਵਿੱਚ ਕਿੰਨੇ ਤਰੀਕੇ ਵਰਤੇ ਜਾ ਰਹੇ ਹੈਗੇ ਆ ਪੰਜਾਬ ਨੂੰ ਡਾਊਨ ਕਰਨ ਵਾਸਤੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਟੀਵੀ ਪੰਜਾਬ। ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਅਸ਼ਕ ਤੇ ਅੱਜ ਅਸੀਂ ਗੱਲ ਕਰਾਂਗੇ ਸੀਨੀਅਰ ਐਡਵੋਕੇਟ ਅਮਰਦੀਪ ਧਾਰਨੀ ਹੋਣਾ ਨਾਲ। ਇਸ਼ੂ ਕਾਫੀ ਨੇ, ਚਾਹੇ ਉਹ ਧਾਲੀਵਾਲ ਹੋਣਾ ਦਾ ਹੋਵੇ ਜਿਹੜਾ ਕਿ ਪਿਛਲੀ ਸਰਕਾਰ ਨੇ ਕਪੜਾ ਕੀਤਾ, ਅੱਜ ਖੇਤੀਬਾੜੀ ਮੰਤਰੀ ਨੇ ਇਸ ਉੱਤੇ ਚਰਚਾ ਕੀਤੀ ਹੈ, ਚਾਹੇ ਮਾਮਲਾ ਮਜੀਠੀਆ ਦਾ ਹੋਵੇ ਜਾਂ ਹੋਰ ਕਈ ਹੋਰ ਹੌਟ ਇਸ਼ੂ ਹੋਣ, ਉਹਨਾਂ ਸਭ ਤੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਨੇ ਆ ਧਾਰਨੀ ਸਾਹਿਬ ਦਾ। ਧਾਰਨੀ ਸਾਹਿਬ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ। ਧਾਰਨੀ ਸਾਹਿਬ, ਸਭ ਤੋਂ ਪਹਿਲਾਂ ਜਿਹੜੀ ਗੱਲ ਕਰਾਂਗੇ, ਸਰਕਾਰ ਆਮ ਆਦਮੀ ਪਾਰਟੀ ਦੀ ਲੱਗਦਾ ਕਿ ਵਾਕਈ ਕਾਰਵਾਈਆਂ ਕਰਨ ਦੇ ਵਿੱਚ ਲੱਗੀ ਹੋਈ ਆ, ਜਾਂ ਇਹ ਕਹਿ ਦਈਏ ਕਿ ਜਿਹੜੇ ਵਾਅਦੇ ਦਾਅਵੇ ਕੀਤੇ ਸੀ ਉਹਨਾਂ ਨੂੰ ਕਵਰ ਕਰਨ ਦੇ ਲਈ ਪਿਛਲੀ ਸਰਕਾਰ ਦੇ ਘੁਟਾਲੇ ਨਿਕਲ ਰਹੇ? ਦੇਖੋ, ਇਹ ਤਾਂ ਬਿਲਕੁਲ ਬੜਾ ਕਲੀਅਰ ਜੀ ਗੱਲ ਹੈਗੀ ਆ ਕਿ ਜਦੋਂ ਕਿਸੇ ਸਰਕਾਰ ਨੂੰ ਬਣਾਇਆ ਜਾਂਦਾ ਹੈਗਾ ਤਾਂ ਉਹ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਡਿਊਟੀ ਬਣਦੀ ਹੈਗੀ ਹੈ ਕਿ ਜੋ ਗਲਤ ਹੋਇਆ ਵਾ ਉਹਨੂੰ ਸਹੀ ਕਰਿਆ ਜਾਵੇ। ਜੋ ਕੁਛ ਵੀ ਹੋ ਰਿਹਾ ਹੈਗਾ, ਚੱਲ ਰਿਹਾ ਹੈਗਾ, ਉਸ ਨੂੰ ਜਿਹੜਾ ਹੈਗਾ ਠੀਕ ਕਰਿਆ ਜਾਵੇ। ਜੇ ਅੱਜ ਦੇਖੋ ਇਹ ਜਿਹੜੇ ਘੁਟਾਲੇ ਦੀ ਗੱਲ ਹੈਗੀ, ਜਿਹੜਾ ਧਾਲੀਵਾਲ ਸਾਹਿਬ ਦੇ ਦੀ ਤੁਸੀਂ ਗੱਲ ਕੀਤੀ ਹੈ, ਤੁਹਾਨੂੰ ਯਾਦ ਹੋਣਾ ਕਿ ਕਾਂਗਰਸ ਸਰਕਾਰ ਦੇ ਟਾਈਮ ਦੇ ਉੱਤੇ ਸਾਰਾ ਕੁਝ ਹੋਇਆ ਔਰ ਇਸ ਦੀ ਰਿਪੋਰਟ ਹੈ ਜਿਹੜੀ ਉਹ ਕਾਂਗਰਸ ਦੇ ਹੀ ਜਾ ਰਹੇ ਮੰਤਰੀ ਕਾਕਾ ਰਣਦੀਪ ਨੇ ਕਰੀ ਸੀ ਕਿ ਇਸ ਦੇ ਵਿੱਚ ਇੰਨੇ 1000 ਕਰੋੜ ਰੁਪਏ ਦਾ ਘੁਟਾਲਾ ਹੈਗਾ। ਮੈਂ ਇਹ ਸਮਝਦਾ ਹੈਗਾ ਕਿ ਕੀ ਕਾਰਨ ਹੈਗਾ। ਇਹ ਡੇਟਾ ਪਾਈ ਜਾ ਰਹੇ ਆ ਕਿ 1 ਮਹੀਨੇ ਦੇ ਵਿੱਚ ਕਰਾਂਗੇ, 2 ਮਹੀਨੇ ਦੇ ਵਿੱਚ ਕਰਾਂਗੇ। ਹੁਣ ਤੱਕ 5 ਮਹੀਨੇ ਹੋ ਗਏ ਸਰਕਾਰ ਬਣੀ ਨੂੰ। 5 ਮਹੀਨੇ ਦੇ ਵਿੱਚ ਕਿਉਂ ਨਹੀਂ ਮਤਲਬ ਜਿਹੜੇ ਹੈਗੇ ਬੰਦੇ ਫੜ ਕੇ ਅੰਦਰ ਦਿੱਤੇ? ਕੀ ਇਹਦੇ ਪਿੱਛੇ ਵੀ ਕੋਈ ਕਾਰਨ? ਇਹ ਸੋਚਣ ਵਾਲੀ ਜ਼ਰੂਰ ਗੱਲ ਹੈਗੀ ਹੈ। ਜਦੋਂ ਵਿਜੀਲੈਂਸ ਕੋਲ ਇਹ ਕੇਸ ਚਲਾ ਗਿਆ, ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਐਡੇ ਵੱਡੇ ਜਿਹੜੇ ਹੈਗੇ ਆ ਚਾਰਜ ਲੱਗੇ ਹੈਗੇ ਆ, ਹੁਣ ਤੱਕ ਕਿਉਂ ਨਹੀਂ ਫੜ ਕੇ ਅੰਦਰ ਦਿੱਤਾ? ਅਗਲੀ ਗੱਲ ਆਪਾਂ ਜੇ ਕਰੀਏ ਵਜੀਫੇ ਘੁਟਾਲੇ ਦੀ, ਵਜੀਫੇ ਘੁਟਾਲੇ ਦੇ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਜੰਗਲਾਤ ਦੇ ਮਹਿਕਮੇ ਵਾਲੇ ਕੇਸ ਦੇ ਵਿੱਚ ਤਾਂ ਅੰਦਰ ਦੇਤਾ, ਪਰ ਹਾਲੇ ਤੱਕ ਵਜੀਫੇ ਘੁਟਾਲੇ ਦੀ ਕੋਈ ਗੱਲ ਨਹੀਂ ਕੀਤੀ ਗਈ। ਸੋ ਇਹਦੇ ਵਿੱਚ ਮੈਨੂੰ ਕਿਤੇ ਇਹ ਲੱਗਦਾ ਹੈਗਾ
ਕਿ ਇਹ ਵੀ ਇਹ ਦੇਖਦੇ ਹੈਗੇ ਕੀ ਬਸਟ ਹੈਗਾ ਕੀ ਉਹ। ਔਰ ਦੂਜੇ ਪਾਸੇ ਆਪਣੇ ਹੀ ਇੱਕ ਮੰਤਰੀ ਨੂੰ ਜਿਹੜਾ ਹੈਗਾ ਹੈਲਥ ਮਿਨਿਸਟਰ ਨੂੰ ਫੜ ਕੇ ਅੰਦਰ ਦਿੰਦੇ ਹੈਗੇ ਆ। ਅੰਦਰ ਦੇਣ ਤੋਂ ਬਾਅਦ ਉਹਦੀ ਜ਼ਮਾਨਤ ਹੁੰਦੀ ਹੈ, ਜ਼ਮਾਨਤ ਹੋਣ ਤੋਂ ਬਾਅਦ ਉਹ ਜਿਹੜਾ ਹੈਗਾ ਆਜ਼ਾਦੀ ਦੇ ਜਸ਼ਨਾਂ ਦੇ ਵਿੱਚ ਔਰ CM ਸਾਹਿਬ ਦੀ ਮੀਟਿੰਗ ਦੇ ਵਿੱਚ ਬੈਠਾ ਹੁੰਦਾ। ਇਹਦਾ ਮਤਲਬ ਉਹ ਇੱਕ ਬਹੁਤ ਵੱਡਾ ਡਰਾਮਾ ਸੀ। ਮੈਨੂੰ ਇਹ ਕਿਤੇ ਨਾ ਕਿਤੇ ਲੱਗਦਾ ਹੈਗਾ ਕਿ ਜਦੋਂ ਹੋਊਗਾ, ਜਦੋਂ ਉਹਦੇ ਤੇ ਕਾਰਵਾਈ ਹੋਊਗੀ, ਜਦੋਂ ਉਹ ਬੰਦਿਆਂ ਨੂੰ ਸਜ਼ਾਵਾਂ ਹੋਣਗੀਆਂ, ਫਿਰ ਹੀ ਆਪਾਂ ਇਹ ਕਹਿ ਸਕਾਂਗੇ ਉਹਨਾਂ ਨੇ ਕੁਛ ਕਰਿਆ। ਮੈਨੂੰ ਲੱਗਦਾ ਕਿ ਸਰਕਾਰ ਕੋਲ ਕਰਨ ਕਰਾਉਣ ਨੂੰ ਅੱਜ ਕੁਛ ਵੀ ਨਹੀਂ ਹੈਗਾ। ਇਸ ਕਰਕੇ ਇਸ ਤਰ੍ਹਾਂ ਦੇ ਸਕੈਂਡਲ ਖੜੇ ਕਰਕੇ, ਇਸ ਸਕੈਂਡਲਾਂ ਦੇ ਨਾਲ ਜਿਹੜਾ ਹੈਗਾ ਜਨਤਾ ਦੀ ਬਿਹਤਰੀ ਜਾਂ ਜਨਤਾ ਦਾ ਢਿੱਡ ਨਹੀਂ ਭਰਨਾ ਹੈਗਾ। ਇਹ ਮੈਨੂੰ ਲੱਗਦਾ ਹੈਗਾ ਕਿ ਜੇ ਕਰਨਗੇ ਤਾਂ ਇਹਨਾਂ ਦੀ ਡਿਊਟੀ ਹੈ, ਇਹਨਾਂ ਨੂੰ ਕਰਨਾ ਚਾਹੀਦਾ, ਦੇ ਹੈਵ ਟੂ। ਪਰ ਦੂਜੇ ਪਾਸੇ ਜੇ ਇਹ ਉਸ ਪ੍ਰਤੀ ਜਿਹੜਾ ਹੈਗਾ ਪ੍ਰੋਪਰ ਕਲੀਅਰ ਨਹੀਂ ਹੈਗੇ ਤਾਂ ਇਹ ਮਾੜੀ ਗੱਲ ਹੈ। ਜਿਸ ਤਰੀਕੇ ਨਾਲ ਜ਼ਮੀਨਾਂ ਦੇ ਕਬਜ਼ੇ ਦਿਖਾ ਰਹੇ ਨੇ, ਅਸੀਂ ਕਿ ਹੁਣ 7000 ਏਕੜ ਦੀ ਜ਼ਮੀਨ ਦੀ ਗੱਲ ਕੀਤੀ ਹੈ, ਕਦੇ ਹੋਰ ਵੀ ਕਰਦੇ ਆ ਵੀ ਅਸੀਂ ਇਹਨਾਂ ਦੇ ਕਬਜ਼ੇ ਲੈ ਰਹੇ ਜ਼ਮੀਨਾਂ ਦੇ ਉੱਤੇ, ਕਿ ਵਾਕਈ ਹੈ ਕਿ ਉਹ ਕਬਜ਼ੇ ਆ ਜਿਹੜੇ ਸਹੀ ਆਧਾਰ ਤੇ ਲਿੱਤੇ ਜਾ ਰਹੇ ਨੇ, ਜਾਂ ਸਿਰਫ ਇਹ ਵੀ ਲਾਈਮਲਾਈਟ 'ਚ ਬਣਨ ਲਈ ਜਾਂ ਸੁਰਖੀਆਂ 'ਚ ਬਣਨ ਦੇ ਲਈ ਵੀ ਸਰਕਾਰ ਕੁਝ ਕਰ ਰਹੀ ਉਹ ਵੀ ਇਹੀ ਕੜੀ ਦੇ ਤਹਿਤ ਇੱਕ ਕੰਮ ਹੈ। ਦੇਖੋ, ਇਸ ਮੁਲਕ ਦਾ ਇੱਕ ਵਿਧਾਨ ਹੈ, ਇਸ ਮੁਲਕ ਦੇ ਵਿੱਚ ਕਾਨੂੰਨ ਹੈ। ਉਸ ਕਾਨੂੰਨ ਨੇ ਦੇਖਣਾ ਹੁੰਦਾ ਹੈਗਾ ਕਿ ਕੀ ਗਲਤ ਹੋ ਰਿਹਾ, ਕੀ ਠੀਕ ਹੋ ਰਿਹਾ। ਸਰਕਾਰਾਂ ਦਾ ਕੰਮ ਹੁੰਦਾ ਹੈ ਜਾਂ ਮਹਿਕਮਿਆਂ ਦਾ ਕੰਮ ਹੁੰਦਾ ਹੈਗਾ ਉਸ ਨੂੰ ਪ੍ਰੋਪਰ ਜਿਹੜਾ ਹੈਗਾ ਬਿਫੋਰ ਦਾ ਕੋਰਟ ਜਿਹੜਾ ਹੈਗਾ ਰੱਖਣਾ ਔਰ ਲੀਗਲ ਤਰੀਕੇ ਦੇ ਨਾਲ ਕਾਰਵਾਈ ਕਰਨੀ, ਚਾਹੇ ਉਹਦੇ ਵਿੱਚ ਜੋ ਵੀ ਕੋਰਸ ਅਡਾਪਟ ਕਰਨਾ ਪਵੇ ਉਹ ਕਰਨਾ ਚਾਹੀਦਾ ਹੈਗਾ। ਪਰ ਪਿਛਲੇ 7000 ਏਕੜ ਉਹ ਹੈ ਕਿੱਥੇ ਹੈ, ਕਿਹਨੂੰ ਦੇਤਾ, ਉਹ ਕਿੱਥੇ ਗਿਆ? ਕੀ ਉਹਦੀ ਦੇਖੋ ਨਾ, 7000 ਏਕੜ ਛਡਾਉਣ ਦੀ ਤਾਂ ਇਹ ਗੱਲ ਕਰ ਰਹੇ ਹੈਗੇ, 7000 ਤੋਂ ਇਨਕਮ ਕਿੰਨੀ ਹੋਈ ਆ ਉਹ ਵੀ ਦੱਸਣ ਲੋਕਾਂ ਨੂੰ। ਜੇ ਦੇਖੋ ਨਾ ਜ਼ਮੀਨ ਛਡਾਈ ਹੈਗੀ ਆ ਤਾਂ ਨੈਚੁਰਲੀ ਜ਼ਮੀਨ ਦੀ ਜਿਹੜੀ ਹੈਗੀ ਬੋਲੀ ਦੇ ਕੇ ਉਹ ਜ਼ਮੀਨ ਕਿਸੇ ਨੂੰ ਠੇਕੇ ਤੇ ਪੱਟੇ ਤੇ ਕਿਸੇ ਤਰ੍ਹਾਂ ਦਿੱਤੀ ਹੋਊਗੀ, ਉਹ ਕਿੱਥੇ ਆ, ਆਮਦਨ ਕਿੱਥੇ ਆ? ਠੀਕ ਹੈ, ਨਹੀਂ ਹਰ ਚੀਜ਼ ਹੈ ਜਿਹੜੀ ਨਾ ਇਹ ਸਰਕਾਰ ਦੇ ਵਿੱਚ ਘੁਟਾਲੇ 'ਚ ਹੈ। ਦੇਖੋ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਫਲਾਣਾ ਫੜ ਲਿਆ, ਉਹਦਾ ਇੰਨੇ ਦਿਨ ਦਾ ਰਿਮਾਂਡ ਲੈ ਲਿਆ, ਫਲਾਣਾ ਫੜ ਲਿਆ, ਉਹਦਾ ਇੰਨੇ ਦਿਨ ਦਾ ਰਿਮਾਂਡ ਲੈ ਲਿਆ। ਸਵਾਲ ਤਾਂ ਇਹ ਹੈਗਾ ਕਿ ਅਸਲੀ ਕਲਪਰੇਟ ਕੌਣ ਹੈ, ਉਹ ਕਿੱਥੇ ਹੈ ਹੁਣ ਤੱਕ? ਔਰ ਕਲਪਰੇਟ ਜਦੋਂ ਫੜੋਗੇ, ਜਿਹੜੇ ਬੰਦੇ ਫੜੇ ਵੇ ਹੈਗੇ ਆ, ਉਹ ਇੱਕ ਮਰਡਰ ਹੋਇਆ ਹੈਗਾ AK-47 ਦੇ ਨਾਲ, ਸਪਿਸਟੀਕੇਟਡ ਵੈਪਨਾਂ ਦੇ ਨਾਲ। ਉਹ ਵੈਪਨ ਕਿੱਥੇ ਆ? 3-4 ਮਹੀਨੇ ਹੋ ਚੱਲੇ, 3-4 ਮਹੀਨੇ ਦੇ ਵਿੱਚ ਹੁਣ ਤੱਕ ਕੋਈ ਖੁਰਾਕ ਖੋਜ ਨਹੀਂ ਹੈਗਾ। ਤੁਹਾਨੂੰ ਲੱਗਦਾ ਕਿ ਸਿਰਫ ਇਹ ਟਾਈਮ ਟਪਾ ਰਹੇ ਆ ਜਾਂ ਜਾਣਬੁੱਝ ਕੇ ਗਿੱਲਾ ਪੀਣ ਪਾਇਆ ਹੋਇਆ? ਜੇ ਚਾਹੇ ਆ ਕੁਛ ਘੁਟਾਲੇ ਨਵੇਂ ਦੀ ਗੱਲ ਕਰ ਲਈਏ, ਚਰਨਜੀਤ ਚੰਨੀ ਦਾ ਨਾਮ ਆਉਂਦਾ, ਕੈਪਟਨ ਅਮਰਿੰਦਰ ਦਾ ਨਾਮ ਹੁਣੇ ਹੀ ਤਾਜ਼ਾ ਧਾਲੀਵਾਲ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਵਿਜੀਲੈਂਸ ਦੀ ਜਾਂਚ ਕਰਾਵਾਂਗੇ, ਕੈਪਟਨ ਅਮਰਿੰਦਰ ਦਾ ਆਉਂਦਾ। ਕੀ ਉਹਨਾਂ ਤੱਕ ਹੱਥ ਪਹੁੰਚਣਗੇ ਵੀ ਜਾਂ ਇਹ ਰਸਤੇ 'ਚ ਮੁੜੇ ਆਉਣਗੇ? ਦੇਖੋ, ਇਹ ਚਾਹੇ ਇਹ ਸੈਂਟਰ ਦੀ ਸਰਕਾਰ ਹੈਗੀ ਹੈ, ਚਾਹੇ ਪੰਜਾਬ ਦੀ ਸਰਕਾਰ ਹੈਗੀ ਹੈ, ਇਹ ਬੜਾ ਮਤਲਬ ਡਰਾਮਾ ਕਰ ਰਹੀ ਹੈਗੀ ਆ। ਤੇ ਇਹਨਾਂ ਦੇ ਜਿਹੜਾ ਦਿੱਲੀ ਵਾਲਿਆਂ ਦੇ ਖਿਲਾਫ ਬੋਲਦਾ ਉਹਦੇ ਮਗਰ ਈਡੀ ਭੇਜ ਦਿੰਦੇ ਆ, ਇਹਨਾਂ ਦੇ ਖਿਲਾਫ ਜਿਹੜਾ ਬੋਲਦਾ ਹੈਗਾ ਉਹਦੇ ਖਿਲਾਫ ਵਿਜੀਲੈਂਸ ਭੇਜ ਦਿੰਦੇ ਆ। ਅੱਜ ਲੋਕਾਂ ਨੂੰ ਜਿਹੜਾ ਹੈਗਾ ਮੇਰਾ ਕੁਐਸਚਨ ਇੱਕੋ ਹੈਗਾ ਕਿ ਲੋਕਾਂ ਨੂੰ ਕੀ ਮਿਲਿਆ? ਲੋਕਾਂ ਨੂੰ ਇਹ ਡਰਾਮੇ ਕਰਦੇ ਹੈਗੇ ਆ ਬਿਜਲੀ ਦੇ ਮਾਮਲੇ ਦੇ ਵਿੱਚ। ਬਿਜਲੀ ਦੇ ਬਿੱਲ ਹੁਣ ਆਉਣੇ ਆ, ਲੱਗ ਜੂ ਪਤਾ ਆਪਾਂ ਨੂੰ ਸਾਰਿਆਂ ਨੂੰ। ਦੂਜੀ ਗੱਲ, ਉਹ ਜਿਹੜੀ 1-1 ਹਜ਼ਾਰ ਰੁਪਇਆ ਪਰ ਲੇਡੀ ਦੇ ਖਾਤੇ ਦੇ ਵਿੱਚ ਪਾਉਣੀ ਸੀ, ਉਹ ਕਿੱਥੇ ਹੈਗੀ ਆ? ਤੀਜਾ, ਇਹ ਪਿਛਲੇ ਦਿਨਾਂ ਦੇ ਵਿੱਚ 5 ਮੰਤਰੀਆਂ ਨੇ ਬੈਠ ਕੇ ਇੱਕ ਪ੍ਰੈਸ ਕਾਨਫਰੰਸ, ਪਰਸੋਂ ਦੀ ਗੱਲ ਹੈਗੀ ਆ, 5 ਸਾਲ ਦਾ ਲੇਖਾ ਜੋਖਾ। ਮੈਨੂੰ ਨਹੀਂ ਸਮਝ ਆਈ ਹੈਗੀ। 10,000 ਕਰੋੜ ਰੁਪਈਆ ਕਰਜ਼ਾ ਲੈ ਰਹੇ ਹੈਗੇ ਆ, 12,000 ਕਰੋੜ ਰੁਪਈਆ ਕਹਿੰਦੇ ਅਸੀਂ ਵਾਪਸ ਕਰਤਾ। ਇਹ ਤਾਂ ਦੱਸਣ ਰਹਿ ਕਿੰਨਾ ਗਿਆ? ਉਹ 12,000 ਕਰੋੜ ਰੁਪਈਆ ਤਾਂ ਕਿਸ਼ਤ ਜਾਣੀ ਹੋ ਜਾਣੀ ਆ ਸਰਕਾਰ ਵੱਲੋਂ, ਵਿਆਜ ਵੀ ਵਾਪਸ ਨਹੀਂ ਦੱਸਣ ਨਾ, ਉਹ ਤਾਂ ਦੇਣਾ ਹੀ ਦੇਣਾ, ਉਹ ਤਾਂ ਬਣਦਾ ਹੀ ਬਣਦਾ ਹੈਗਾ। ਹੋਰ ਇਹਨਾਂ ਨੇ ਆਪਣੀ ਜੇਬ 'ਚ ਤਾਂ ਨਹੀਂ ਪਾਉਣਾ। ਜਿਹੜਾ ਲਿਆ ਵਾ ਪੈਸਾ ਹੈਗਾ ਉਹ ਇਹਨਾਂ ਨੇ ਵਾਪਸ ਕਰਨਾ ਹੀ ਕਰਨਾ। ਇਹ ਦੱਸਣ ਵੀ ਉਹ ਜਿਹੜਾ ਕਰਜ਼ਾ ਸੀ 3 ਲੱਖ ਕਰੋੜ ਸਮਥਿੰਗ, ਉਸ ਦੇ ਵਿੱਚੋਂ ਬਚਿਆ ਕਿੰਨਾ ਰਹਿ ਗਿਆ, ਕਿੰਨੇ ਘਟ ਗਏ, ਇਹ ਦੱਸਣ। ਸਵਾਲ ਇਹ ਹੈਗਾ, ਲੋਕਾਂ ਨੂੰ ਕਨਫਿਊਜ਼ ਕਰ ਰਹੇ ਹੈਗੇ ਆ, ਡਰਾਮਾ ਕਰ ਰਹੇ ਹੈਗੇ ਆ। ਲੋਕਾਂ ਦੇ ਸਾਹਮਣੇ ਜਾ ਕੇ ਕੱਲੀ ਗੱਲ ਦੇ ਉੱਤੇ ਉਹ ਹੈਲਥ ਮਿਨਿਸਟਰ ਦੀ ਗੱਲ ਸੁਣ ਲਓ। ਪਹਿਲੀ ਗੱਲ, ਪਹਿਲੇ ਦਿਨ ਇੱਕ ਹੈਲਥ ਮਿਨਿਸਟਰ ਨੇ ਡਰਾਮਾ ਕਰਿਆ
ਕਿ ਇੱਕ ਰਾਜ ਬਹਾਦਰ ਜਿਹੜੇ ਵਾਈਸ ਚਾਂਸਲਰ ਸੀ ਉਹਨਾਂ ਦੇ ਖਿਲਾਫ ਜੋ ਡਰਾਮਾ ਹੋਇਆ ਤੁਹਾਡੇ ਸਾਹਮਣੇ ਹੈਗਾ। ਮੈਂ ਦੇਖੋ ਇੱਕ ਅਨਪੜ੍ਹ ਬੰਦੇ ਨੂੰ ਇਹ ਨਹੀਂ ਪਤਾ ਹੈਗਾ ਕਿ ਵਾਈਸ ਚਾਂਸਲਰ ਆਫ ਯੂਨੀਵਰਸਿਟੀ ਜਿਹੜਾ ਹੈਗਾ ਉਹ ਅਕੈਡਮਿਕ ਹੈਡ ਹੋਇਆ ਕਰਦਾ, ਉਹਦਾ ਕੋਈ ਤਲਕ ਹੀ ਨਹੀਂ ਹੈਗਾ ਬਿਸਤਰਿਆਂ ਨਾਲ ਮੰਜਿਆਂ ਨਾਲ। ਉਹ ਹਮੇਸ਼ਾ ਹੀ ਮੈਡੀਕਲ ਸੁਪਰਡੈਂਟ ਹੁੰਦਾ ਜਿਹੜਾ ਜਿਹਨੂੰ ਅਪਾਇੰਟ ਕੀਤਾ ਜਾਂਦਾ ਉਹਦਾ ਕੰਮ ਹੋਇਆ ਕਰਦਾ। ਔਰ ਪਹਿਲੀ ਗੱਲ ਮੈਨੂੰ ਉਹ ਰਾਜ ਬਹਾਦਰ ਜੀ ਤੇ ਵੀ ਗੁੱਸਾ ਉਹਦੇ ਕਹਿਣ ਤੇ ਉਹ ਬੈੱਡ ਪਰ ਪੈ ਗਏ। ਉਹ ਜਾਣਾ ਹੀ ਨਹੀਂ ਸੀ ਚਾਹੀਦਾ ਉਹਨੂੰ। ਮੰਤਰੀ ਹੈ ਜਿਹੜਾ, ਦੇਖੋ ਇਹ ਜਿਹੜਾ ਹੈਗਾ ਨਾ ਵਾਈਸ ਚਾਂਸਲਰ, ਇਹ ਨੈਕਸਟ ਟੂ ਗਵਰਨਰ ਹੈਗਾ, ਇਹਦਾ ਪ੍ਰੋਟੋਕਾਲ ਦੇ ਵਿੱਚ ਬਣਦਾ ਨਹੀਂ ਸੀ ਜਾਣਾ। ਚਲੋ ਅਗਲੀ ਗੱਲ ਕਰਦਾ ਮੈਂ, ਇਹ ਗੱਲ ਤਾਂ ਛੱਡੋ ਕਿ ਇੱਕ ਗੱਦਿਆਂ ਪਰ ਲਿਆ ਕੇ ਹਿਊ ਐਂਡ ਕਰਾਈ ਕਰਤੀ। ਮੈਂ ਅਗਲੀ ਗੱਲ ਕਰਦਾ, ਅੱਜ ਦੇ ਟ੍ਰਿਬਿਊਨ ਦੇ ਵਿੱਚ ਬਠਿੰਡੇ ਦਾ ਜਿਹੜਾ ਕੈਂਸਰ ਦਾ ਉਹ ਹੈਗਾ ਉਹਦੇ ਉੱਤੇ ਆਇਆ ਵਾ ਹੈਗਾ ਕਿ ਹਜ਼ਾਰਾਂ ਕਰੋੜ ਰੁਪਏ ਦੀ ਮਸ਼ੀਨਰੀ ਅੰਦਰ ਪਈ ਸੜ ਰਹੀ ਹੈਗੀ ਆ। ਮੈਂ ਥੋੜਾ ਇੱਥੇ ਸਵਾਲ ਥੋੜਾ ਜਿਹਾ ਰੋਕਣਾ ਚਾਹੁੰਦਾ, ਇਸ ਉੱਤੇ ਫਿਰ ਨਾਲ ਚਰਚਾ ਕਰਾਂਗੇ। ਇਹੀ ਗੱਲ ਅਸੀਂ ਮੰਤਰੀ ਸਾਹਿਬ ਨੂੰ ਕੀਤੀ ਕਿ ਮੁਹੱਲਾ ਕਲੀਨਿਕ ਤੁਸੀਂ ਖੋਲ ਰਹੇ ਹੋ, ਇੱਥੇ ਤੁਸੀਂ ਸਟਾਫ ਨੂੰ ਜਿਹੜਾ ਸੈੱਟ ਕਰ ਰਹੇ ਹੋ, ਪਰ ਇੱਥੇ ਬਹੁਤ ਕਰੋੜਾਂ ਰੁਪਈਆ ਲਾ ਕੇ ਹਸਪਤਾਲ ਨੇ ਬੇਕਾਰ ਹੁੰਦੇ ਜਾ ਰਿਹਾ, ਉੱਥੇ ਕਿਉਂ ਨਹੀਂ ਕੀਤਾ ਜਾ ਰਿਹਾ? ਕੀ ਸਿਰਫ ਮੁਹੱਲਾ ਕਲੀਨਿਕ ਖੋਲਣ ਨਾਲ ਆਪਣਾ ਨਾਮ ਕਮਾਉਣ ਦਾ ਸੀ, ਜਾਂ ਜਿਹੜੇ ਇਹੋ ਜਿਹੇ ਹਸਪੀਟਲ ਸੀ ਉਹਨਾਂ ਨੂੰ ਜੇ ਬੰਦੇ ਦਿੰਦੇ ਤਾਂ ਜ਼ਿਆਦਾ ਬੈਟਰ ਰਹਿੰਦਾ? ਅਸ਼ਕ ਜੀ, ਮੇਰਾ ਖਿਆਲ ਆ ਵੀ ਜਿਹੜੇ ਮੇਰੀ ਏਜ ਵਾਲੇ ਹੈਗੇ ਆ ਨਾ, ਉਹਨਾਂ ਨੇ ਹਲਟ ਚੱਲਦੇ ਦੇਖੇ ਆ। ਹਲਟ ਦੇ ਮਗਰ ਇੱਕ ਇੰਸਟਰੂਮੈਂਟ ਹੁੰਦਾ ਸੀ ਜਿਹੜਾ ਉਹ ਗਾਦੀ ਨੂੰ ਪਿੱਛੇ ਰੁਕਣ ਤੇ ਰੋਕਦਾ ਹੁੰਦਾ ਸੀ, ਉਹਨੂੰ ਕੁੱਤਾ ਕਹਿੰਦੇ ਹੁੰਦੇ ਸੀ। ਉਹ ਇਹਨਾਂ ਦਾ ਕੁੱਤਾ ਫਸਿਆ ਵਾ, ਠੀਕ ਹੈ ਨਹੀਂ? ਇਹਨਾਂ ਨੇ ਕਹਿਤਾ, ਉਸ ਕਰਕੇ ਇਹ ਜਿਹੜਾ ਹੈਗਾ ਉਹ ਕੁੱਤਾ ਫਸਿਆ ਵਾ ਜਿਹੜਾ ਨਾ, ਉਹਦੇ ਕਰਕੇ ਇਹ ਸਾਰਾ ਕੁਝ ਕਰਨ ਲੱਗੇ ਹੋਏ ਹੈਗੇ ਆ। ਅਦਰਵਾਈਜ਼ ਕਿਸੇ ਹਸਪੀਟਲ ਦੇ ਵਿੱਚ ਦਵਾਈ ਨਹੀਂ ਹੈਗੀ, ਕਿਸੇ ਹਸਪੀਟਲ ਦੇ ਵਿੱਚ ਜਿਹੜਾ ਅੱਜ ਜਿਹੜਾ ਬਠਿੰਡੇ ਦਾ ਦੱਸਿਆ ਨਾ ਉਹਨਾਂ ਨੇ ਕਿ ਸਪੈਸੀਫਿਕੇਟਡ ਉਹਨਾਂ ਦੀ ਲੈਬ ਹੈਗੀ ਆ, ਪਰ ਬੰਦੇ ਨੂੰ 5 ਕਿਲੋਮੀਟਰ ਜਾ ਕੇ ਜਿਹੜਾ ਹੈਗਾ ਬਾਹਰੋਂ ਟੈਸਟ ਹਜ਼ਾਰਾਂ ਰੁਪਏ ਦੇ ਕਰਾਉਣੇ ਪੈ ਰਹੇ ਹੈਗੇ ਆ। ਹਰ ਚੀਜ਼ ਜਿਹੜੀ ਹੈਗੀ ਆ ਉੱਥੇ ਜਿਹੜਾ ਹੈਗਾ ਬਠਿੰਡੇ ਦੇ ਵਿੱਚ ਨਾ ਕੋਈ ਵਧੀਆ ਡਾਕਟਰ, ਨਾ ਕੋਈ ਵਧੀਆ ਟੈਕਨੀਸ਼ੀਅਨ, ਨਾ ਹੀ ਕੋਈ ਵਧੀਆ ਜਿਹੜਾ ਹੈਗਾ ਮਸ਼ੀਨਾਂ ਨੂੰ ਆਪਰੇਟ ਕਰਨ ਵਾਲਾ। ਔਰ ਲੋਕ ਜਿਹੜੇ ਹੈਗੇ ਉਹਨਾਂ ਦੇ ਵਿੱਚ ਤਰਾਹ ਹੋ ਰਹੀ ਹੈਗੀ। ਦੂਜਾ ਘਟਾਲਾ ਤੁਹਾਨੂੰ ਮੈਂ ਦੱਸਦਾ, ਸਵਾਲ ਤਾਂ ਇਹ ਹੈਗਾ ਕਿ ਜੇ ਕੋਈ ਚੀਜ਼ ਪ੍ਰੋਪਰ ਨਹੀਂ ਚੱਲ ਰਹੀ ਉਹਦੇ ਤੇ ਪੈਸਾ ਇਨਵੈਸਟ ਕਰਿਆ ਵਾ ਹੈਗਾ, ਉਹ ਵੀ ਇੱਕ ਘਟਾਲਾ ਹੈਗਾ। ਇੱਕ ਰਜਿੰਦਰਾ ਹਸਪੀਟਲ ਦੇ ਵਿੱਚ ਇੱਕ ਮਲਟੀ ਸਪੈਸ਼ਲਿਟੀ ਇਹਨਾਂ ਨੇ ਹਸਪੀਟਲ ਬਣਾਇਆ ਸੀ ਕਿ ਲੋਕ ਜਿਹੜੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਂਦੇ ਆ ਉਹਦੇ ਮੁਕਾਬਲੇ ਦੇ ਵਿੱਚ ਇੱਕ ਜਿਹੜਾ ਹੈਗਾ ਹਸਪੀਟਲ ਖੜਾ ਕਰੇ। ਉਹਦੇ ਤੇ ਸੈਂਟਰ ਦਾ ਤੋਂ ਲੈ ਕੇ ਇਹਨਾਂ ਨੇ 3000 ਕਰੋੜ ਰੁਪਈਆ ਲਾਇਆ। ਔਰ ਉਹਦੇ ਵਿੱਚ ਜਿੰਨੀ ਮਸ਼ੀਨਰੀ ਆਈ ਸਾਰੀ ਨੂੰ ਜੰਗ ਲੱਗ ਗਈ। ਕਾਰਨ ਕੀ? ਇੰਪਲਾਈ ਕੋਈ ਹੈ ਨਹੀਂ ਉਹਨਾਂ ਨੂੰ ਉਹ ਕਰਨ ਵਾਸਤੇ, ਆਪਰੇਟ ਕਰਨ ਵਾਸਤੇ। ਨੰਬਰ 2, ਕੋਈ ਡਾਕਟਰ ਇਹਨਾਂ ਦੇ ਜਾ ਕੇ ਰਾਜੀ ਨਹੀਂ ਹੈਗਾ, ਕਿਉਂਕਿ ਡਾਕਟਰਾਂ ਨੂੰ ਜਦੋਂ ਕਰੋੜਾਂ ਰੁਪਈਆ ਲੱਖਾਂ ਰੁਪਈਏ ਦੇ ਪੈਕੇਜ ਮਿਲਦੇ ਹੈਗੇ ਆ ਤਾਂ ਡਾਕਟਰ ਇਹਨਾਂ ਦੇ ਕਿਉਂ ਜਾਣਗੇ? ਠੀਕ ਹੈ ਨਹੀਂ? ਕੋਈ ਵੀ ਅੱਜ ਸਪੈਸ਼ਲਿਸਟ ਜਿਹੜਾ ਹੈਗਾ ਕਿਸੇ ਵੀ ਸਰਕਾਰੀ ਹਸਪੀਟਲ ਦੇ ਵਿੱਚ ਨਹੀਂ ਹੈਗਾ। ਔਰ ਹਸਪੀਟਲਾਂ ਦੇ ਵਿੱਚ ਐਡੀ ਬਦਤਰ ਹਾਲਤ ਹੋਈ ਵੀ ਹੈ, ਪਰ ਇਹਨਾਂ ਨੇ ਜਿਹੜਾ ਹੈਗਾ ਆਪਣਾ ਕੁੱਤਾ ਫਸਾਇਆ ਵਾ। ਇਹਨਾਂ ਨੇ ਕਿਹਾ ਜੀ ਅਸੀਂ ਮੁਹੱਲਾ ਕਲੀਨਿਕ ਖੋਲ ਕੇ ਛੱਡਾਂਗੇ। ਔਰ ਮੁਹੱਲਾ ਕਲੀਨਿਕ ਜਿਹੜਾ ਹੈਗਾ 5 ਬੰਦਿਆਂ ਦੀ ਲੋੜ ਹੈ, ਉਹਨਾਂ ਨੂੰ ਇੰਪਲਾਇਮੈਂਟ ਕਿਵੇਂ ਦੇਣਗੇ? ਉਹਨਾਂ ਨੂੰ ਕਹਿੰਦੇ ਅਸੀਂ ਪਰਸੈਂਟੇਜ ਦੇਵਾਂਗੇ ਜੀ, 8 ਤੋਂ 2 ਖੋਲਿਆ ਕਰਨਗੇ। ਮੈਂ ਕਹਿੰਦਾ ਸਾਡੇ ਬਸੀ ਦੇ ਵਿੱਚ ਇੱਕ ਹਸਪੀਟਲ ਹੈਗਾ, ਉਸ ਦੇ ਵਿੱਚ ਇਹ ਦਵਾਈਆਂ ਪੂਰੀਆਂ ਕਰ ਦੇਣ, ਉੱਥੇ ਸਟਾਫ ਪੂਰਾ ਕਰ। ਸਟਾਫ ਤਾਂ ਹੈ ਨਹੀਂ। ਸਟਾਫ ਤਾਂ ਆਊਗਾ ਜੇ ਤੁਸੀਂ ਅਪੁਆਇੰਟਮੈਂਟਾਂ ਕਰੋਗੇ, ਅਪੁਆਇੰਟਮੈਂਟਾਂ ਤਾਂ ਆਉਣਗੀਆਂ ਜੇ ਤੁਹਾਡੇ ਕੋਲ ਪੈਸੇ ਹੋਣਗੇ। ਐਵੇਂ ਇੱਕ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਐਡਾ ਵੱਡਾ ਡਰਾਮਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਚਿਆ ਵਾ। ਲੋਕਾਂ ਦੀਆਂ ਅੱਖਾਂ ਹੌਲੀ ਹੌਲੀ ਖੁੱਲਣਗੀਆਂ ਜ਼ਰੂਰ। ਇੱਕ ਸਟੇਟ ਦੀ ਸਰਕਾਰ ਹੈ, ਇੱਥੇ ਤਾਂ ਕੇਜਰੀਵਾਲ ਹੋਣਾ ਦੀ ਗੱਲ ਕਰ ਲਈਏ, ਉਹ ਤਾਂ ਨੰਬਰ 1 ਮੇਕ ਇਨ ਇੰਡੀਆ ਦੀ ਗੱਲਾਂ ਕਰਦੇ ਨੇ। ਉਹ ਤਾਂ ਹੁਣ ਪ੍ਰਧਾਨ ਮੰਤਰੀ ਦੀ ਸੋਚ ਰੱਖੀ ਬੈਠੇ ਨੇ। ਮੁੱਖ ਮੰਤਰੀ ਵਾਲਾ ਕੰਮ ਸੰਭਲਦਾ ਨਹੀਂ ਤੇ ਫਿਰ ਪ੍ਰਧਾਨ ਮੰਤਰੀ ਤੱਕ ਪਹੁੰਚਾ। ਦੇਖੋ ਪਤਾ ਕੀ ਆ, ਉਹਨਾਂ ਦੀ ਮਨਸ਼ਾ ਹੈਗੀ ਆ ਕਿ 130 ਕਰੋੜ ਲੋਕਾਂ ਨੂੰ ਮੈਂ ਕਿਵੇਂ ਲੁੱਟਣਾ ਹੈਗਾ। ਠੀਕ ਹੈ, ਇਹੀ ਕੁਛ ਜਿਹੜਾ ਹੈਗਾ ਪਹਿਲਾਂ ਦਿੱਲੀ ਦੀ ਜਿਹੜੀ ਹੈਗੀ ਹੈ, ਇਹੀ ਜੁਮਲੇਬਾਜ਼ੀ ਕਰਕੇ ਮੋਦੀ ਸਾਹਿਬ ਆਏ ਸੀ, ਉਹੀ ਜੁਮਲੇਬਾਜ਼ੀ ਇਹਨਾਂ ਨੇ ਕਰੀ ਹੈ। ਔਰ ਇਹਦੇ ਪਿੱਛੇ ਮੈਂ ਤੁਹਾਨੂੰ ਰੀਜ਼ਨ ਦੱਸਦਾ, ਉਹ ਵੀ RSS ਦੀ ਸਰਕਾਰ ਹੈ, ਇਹ ਵੀ RSS ਦੀ ਸਰਕਾਰ ਹੈ। ਕਾਂਗਰਸ ਨੂੰ ਖਤਮ ਕਰਨ ਵਾਸਤੇ ਇੱਕ ਬਦਲ ਹੈ ਜਿਹੜਾ ਲੋਕਾਂ ਦੇ ਵਿੱਚ ਇਹਨੂੰ ਕਰਿਆ ਜਾ ਰਿਹਾ, ਕਿਉਂਕਿ RSS ਦੀ ਇੱਕ ਆਪਣੀ ਜਿਹੜੀ ਹੈਗੀ ਆ ਮੋਟੋ ਹੈਗਾ,
ਉਹ ਕਹਿੰਦੇ ਆ ਕਿ ਚਿੱਤ ਵੀ ਸਾਡਾ ਪੱਟ ਵੀ ਸਾਡਾ, ਸਾਡੀ ਹੀ ਸਰਕਾਰ ਹੋਊਗੀ, ਸਾਡੀ ਹੀ ਆਪੋਜੀਸ਼ਨ ਹੋਊਗੀ। ਇਹ ਇੱਕ ਆਪੋਜੀਸ਼ਨ ਜਿਹੜੀ ਹੈਗੀ ਆ ਸਰਕਾਰ RSS ਵੱਲੋਂ ਖੜੀ ਕਰੀ ਜਾ ਰਹੀ ਹੈਗੀ ਆ, ਹਿੰਦੂਤਾ ਦੀ ਗੱਲ ਕਰੀ ਜਾ ਰਹੀ ਹੈਗੀ ਆ, ਲੋਕਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰੇ ਜਾ ਰਹੇ ਹੈਗੇ ਆ ਕਿ ਘੱਟ ਗਿਣਤੀਆਂ ਖਤਰੇ ਦੇ ਵਿੱਚ ਪਈਆਂ ਵੀ ਆ, ਘੱਟ ਗਿਣਤੀਆਂ ਦੇ ਮਤਲਬ ਜਿਹੜਾ ਹੈਗਾ ਉਹਨਾਂ ਦੇ ਵਿੱਚ ਇੱਕ ਡਰ ਔਰ ਸਹਿਮ ਦਾ ਹਾਲਾਤ ਪੈਦਾ ਹੋਏ ਵੇ ਆ। ਉਹ ਪਹਿਲਾਂ ਮੋਦੀ ਸਾਹਿਬ ਨੇ ਜਿਹੜਾ ਹੈਗਾ ਗੱਲਾਂ ਦੇ ਔਰ ਜੁਮਲਿਆਂ ਦੇ ਨਾਲ ਲੋਕਾਂ ਨੂੰ ਲੁੱਟਿਆ, ਹੁਣ ਇਹਨਾਂ ਨੇ ਜਿਹੜਾ ਹੈਗਾ ਇੱਕ ਕੰਮ ਜਿਹੜਾ ਹੈਗਾ ਇਹ ਸ਼ੁਰੂ ਕੀਤਾ। ਮਤਲਬ ਤੁਹਾਨੂੰ ਲੱਗਦਾ ਹੈ ਠੀਕ ਹੈ, ਪਰ ਦਾਨੀ ਸਾਹਿਬ ਜੇ ਚਿੱਤ ਵੀ ਸਾਡਾ ਪੱਟ ਵੀ ਸਾਡਾ ਇਹ ਕਹਿੰਦੇ ਨੇ, ਇਸ ਕਰਕੇ ਵੀ ਦਾਅਵਾ ਕਰਦੇ ਨੇ ਕਿਉਂਕਿ ਜਿਹੜੀਆਂ ਸਾਡੀਆਂ ਸਟੇਟ ਲੈਵਲ ਦੀਆਂ ਪਾਰਟੀਆਂ ਨੂੰ ਕਿਤੇ ਨਾ ਕਿਤੇ ਖਤਮ ਹੁੰਦੀਆਂ ਜਾ ਰਹੀਆਂ। ਸ਼੍ਰੋਮਣੀ ਅਕਾਲੀ ਦਲ ਦੀ ਉਹ ਗੱਲ ਕਰ ਲਓ, ਬਾਹਰ ਤਾਂ ਬਗਾਵਤ ਹੋਣੀਆਂ, ਉਹਦੇ ਅੰਦਰ ਵੀ ਬਗਾਵਤ ਹੋ ਰਹੀ, ਉਹ ਵੀ ਕਹਿੰਦੇ ਨੇ ਕਿ ਸਹੀ ਤਰੀਕੇ ਨਾਲ ਪ੍ਰਧਾਨ ਕਾਰਜਕਾਰੀ ਨਹੀਂ ਤਾਂ ਬਦਲਿਆ ਜਾਵੇ। ਦੇਖੋ ਇਹ ਤਾਂ ਚਲੋ ਪਾਰਟੀਆਂ ਦੀ ਡੈਮੋਕ੍ਰੇਸੀ ਹੈ, ਪਾਰਟੀਆਂ ਦੀ ਡੈਮੋਕ੍ਰੇਸੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਪਸ ਦੇ ਵਿੱਚ ਹੋਇਆ ਕਰਦੀਆਂ, ਉਹ ਨਿਬੜ ਜਿਆ ਕਰਦੀਆਂ। ਪਰ ਜੇ ਅੱਜ ਪੰਜਾਬ ਦੇ ਵਿੱਚ ਸਿੱਖ ਘੱਟ ਗਿਣਤੀ ਨੂੰ ਕੋਈ ਮਤਲਬ ਪ੍ਰੋਪਰ ਰਸਤਾ ਦਿਖਾ ਸਕਦਾ ਦੇ ਸਕਦਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈਗਾ। ਪਰ ਤੁਸੀਂ ਹੁਣ ਦੇਖੋ ਕਿ ਚਾਲਾਂ ਕੀ ਹੈਗੀਆਂ। ਚਾਲਾਂ ਇਹ ਹੈਗੀਆਂ ਕਿ ਸੈਂਟਰ ਵੱਲੋਂ ਅੱਜ ਲਾਲਚ ਦੇ ਸਿਰ ਦੇ ਉੱਤੇ ਤਰੀਕੇ ਦੇ ਨਾਲ, ਚਾਹੇ ਸਰਸੇ ਦੀ ਗੱਲ ਕਰ ਲਓ, ਚਾਹੇ ਤੁਸੀਂ ਉਹਦੀ ਕਾਲਕੇ ਦੀ ਗੱਲ ਕਰ ਲਓ, ਕਿਸ ਤਰੀਕੇ ਦੇ ਨਾਲ ਲੁੱਟ ਕੇ ਜਿਹੜਾ ਹੈਗਾ ਲੱਖੀ ਸ਼ਾਹ ਬੰਜਾਰੇ ਦੇ ਪ੍ਰੋਗਰਾਮ ਕਰਾਏ ਜਾ ਰਹੇ ਆ, ਉਸ ਥਾਂ ਦੇ ਉੱਤੇ ਜਿਹੜਾ ਹੈਗਾ ਸਿੱਖੀ ਦਾ ਘਾਣ ਕਰਿਆ ਜਾ ਰਿਹਾ। ਇਸ ਤਰ੍ਹਾਂ ਦੇ ਪ੍ਰੋਗਰਾਮ ਹੈ ਜਿਹੜੇ ਇੱਕ ਤਰੀਕੇ ਦੇ ਨਾਲ ਇੱਕ ਏਜੰਸੀਆਂ ਵੱਲੋਂ ਪੈਸਾ ਖਰਚ ਕੇ ਕਿਤੇ ਨਾ ਕਿਤੇ ਲੋਕਾਂ ਨੂੰ ਖਰੀਦਿਆ ਜਾ ਰਿਹਾ। ਕੱਲ੍ਹ ਦਾ ਇੰਸੀਡੈਂਸ ਦੇਖ ਲਓ, ਹਰਿਮੰਦਰ ਸਾਹਿਬ ਦੇ ਵਿੱਚ ਟਾਈਟਲਰ ਦੀ ਉਹ ਟੀ-ਸ਼ਰਟ ਪਾ ਕੇ ਬੰਦਾ ਹਰਿਮੰਦਰ ਸਾਹਿਬ ਵੱਲ ਨੂੰ ਪਿੱਠ ਕਰਕੇ ਜਿਹੜਾ ਹੈਗਾ ਫੋਟੋਆਂ ਖਿਚਵਾ ਕੇ ਸੋਸ਼ਲ ਮੀਡੀਆ ਤੇ ਪਾ ਰਿਹਾ। ਕੀ ਹੈ ਇਹ? ਮਤਲਬ ਇਹ ਕਿਤੇ ਨਾ ਕਿਤੇ ਇਹ ਜਿਹੜਾ ਹੈਗਾ ਇਹ ਬਹੁਤ ਵੱਡਾ ਜਿਹੜਾ ਹੈਗਾ ਮੈਂ ਸਮਝਦਾ ਕਿ ਘੱਟ ਗਿਣਤੀਆਂ ਲਈ ਬਹੁਤ ਖਤਰੇ ਦੀ ਗੱਲ ਹੈ। ਇਹ ਤਾਂ ਬਾਹਰਲੇ ਲੋਕ ਨੇ, ਮੰਨ ਲੈਂਦੇ ਆ ਵੀ ਉਹਦਾ ਕਰਨ ਕਿ ਏਜੰਸੀਆਂ ਦਾ ਕੰਮ ਆ ਜਾਂ ਸਟੇਟ ਤੋਂ ਬਾਹਰਲੇ ਨੇ, ਉਹਨਾਂ ਨੇ ਤਾਂ ਸਿੱਖ ਨੂੰ ਜਾਂ ਲਾ ਲਓ ਵੀ ਅਕਾਲੀ ਦਲ ਜਾਂ ਪੰਜਾਬ ਦੀ ਸਰਕਾਰ ਨੂੰ ਖਤਮ ਕਰਨਾ ਹੀ ਕਰਨਾ, ਪਰ ਆਪਣੇ ਨਹੀਂ ਹਟਦੇ ਬੋਲਣ ਤੋਂ। ਆਪਣੇ ਦੇਖ ਲਓ ਸਿਮਰਨਜੀਤ ਸਿੰਘ ਮਾਨ ਹੋਣੀ ਦੇਖ ਲਓ, ਉਹ ਵੀ ਨਹੀਂ ਹਟਦੇ ਪਏ। ਉਹ ਕੀ ਆ ਫਿਰ? ਦੇਖੋ ਫਿਰ ਹੁਣ ਤੁਸੀਂ ਮੇਰੇ ਤੋਂ ਕਿਉਂ ਬੁਲਾਉਣਾ ਚਾਹੁੰਦੇ ਆ, ਠੀਕ ਹੈ ਨਹੀਂ? ਕਿਸੇ ਨੂੰ ਕਿਸੇ ਦਾ ਹੱਥ ਹੋਊ, ਕਿਸੇ ਨੂੰ ਕਿਸੇ ਦਾ ਹੱਥ ਹੋਊ, ਠੀਕ ਹੈ ਨਹੀਂ? ਸਵਾਲ ਤਾਂ ਇਹ ਹੈਗਾ ਫੇਸ ਕੌਣ ਰਿਹਾ? ਸਟੇਟ ਪੰਜਾਬ ਇੱਕੋ ਇੱਕ ਖਿੱਤਾ ਹੈਗਾ ਜਿਹਦੇ ਵਿੱਚ ਸਿੱਖਾਂ ਦੀ ਬਹੁਤ ਗਿਣਤੀ ਹੈਗੀ ਆ, ਔਰ ਇੱਕੋ ਇੱਕ ਖਿੱਤਾ ਹੈਗਾ ਜਿਹੜਾ ਖੁਸ਼ਹਾਲ ਹੈਗਾ। ਜੇ ਅੱਜ ਪੰਜਾਬ ਦੇ ਉੱਤੇ 1,30,00,000 ਕਰੋੜ ਰੁਪਈਆ ਆਪਣਾ 3-4 ਲੱਖ ਕਰੋੜ ਰੁਪਈਆ ਕਰਜ਼ਾ ਵੀ ਹੈਗਾ, ਉਸ ਦੇ ਬਾਵਜੂਦ ਵੀ ਯੂਪੀ, ਮੱਧ ਪ੍ਰਦੇਸ਼, ਬਿਹਾਰ ਸਾਰੀਆਂ ਸਟੇਟਾਂ ਨਾਲੋਂ ਪੰਜਾਬ ਜਿਹੜਾ ਹੈਗਾ ਫਿਰ ਵੀ ਖੁਸ਼ਹਾਲ ਹੈ। ਹਾਲਾਂਕਿ ਪੰਜਾਬ ਦੇ ਵਿੱਚ ਕਿੰਨੇ ਤਰੀਕੇ ਵਰਤੇ ਜਾ ਰਹੇ ਹੈਗੇ ਆ ਪੰਜਾਬ ਨੂੰ ਡਾਊਨ ਕਰਨ ਵਾਸਤੇ। ਪੰਜਾਬ ਦੇ ਵਿੱਚ ਹਾਲਾਤ ਕੀ ਹੈਗੇ ਆ? ਪੰਜਾਬ ਦੇ ਵਿੱਚ ਪਹਿਲਾਂ ਦੇਖੋ 47 ਕੀਤਾ, ਫਿਰ 84 ਕੀਤਾ, ਫਿਰ ਜਿਹੜਾ ਹੈਗਾ ਸੀ ਅੱਤਵਾਦ ਖੜਾ ਕੀਤਾ, ਫਿਰ ਜਿਹੜਾ ਹੈਗਾ ਸੀ ਆਪਣਾ ਪੰਜਾਬ ਦੇ ਵਿੱਚ ਆ ਜਿਹੜਾ ਹੈਗਾ ਨਸ਼ਾ ਦਾ ਕੰਮ ਕੀਤਾ। ਕਿਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ? ਇਹ ਪੰਜਾਬੀ ਕਦੇ ਕਮਜ਼ੋਰ ਨਹੀਂ ਹੁੰਦੇ ਹੈਗੇ। ਪੰਜਾਬੀ ਲੋਕ ਇੱਥੇ ਤੋਂ ਆਪਣਾ ਬਿਸਤਰਾ ਬੰਨਣਗੇ, ਕਿਸੇ ਹੋਰ ਮੁਲਕ ਦੇ ਵਿੱਚ ਇਹੋ ਜਿਹਾ ਇੱਕ ਮੁਲਕ ਵਜਾ ਦੇਣਗੇ। ਜਿਵੇਂ ਕੈਨੇਡਾ ਦੇ ਵਿੱਚ ਤੁਸੀਂ ਦੇਖਿਆ, ਅਮਰੀਕਾ ਦੇ ਵਿੱਚ ਅਮੀਰ ਤੋਂ ਅਮੀਰ ਲੋਕ ਜਿਹੜੇ ਹੈਗੇ ਆ ਪੰਜਾਬੀ ਬੈਠੇ ਹੈਗੇ ਆ। ਸੋ ਸਵਾਲ ਤਾਂ ਇਹ ਹੈਗਾ ਕਿ ਆਪਣੇ ਹੀ ਦੇਸ਼ ਦੇ ਵਿੱਚ ਆਪਣਿਆਂ ਨੂੰ ਇਹ ਮਾਰਨ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਕਰੀਆਂ ਜਾ ਰਹੀਆਂ ਹੈਗੀਆਂ। ਆ ਪਿਛਲੇ ਥੋੜ੍ਹੇ ਦਿਨਾਂ ਪਹਿਲਾਂ ਜਿਹੜਾ ਹੈਗਾ ਆਜ਼ਾਦੀ ਦਾ ਦਿਹਾੜਾ ਲੰਘ ਕੇ ਹਟਿਆ, ਉਹਦੇ ਵਿੱਚ ਹਰ ਘਰ ਤਿਰੰਗਾ, ਹਰ ਘਰ ਤਿਰੰਗਾ। ਕਿਹਨੂੰ ਪਤਾ ਤਿਰੰਗੇ ਬਾਰੇ? ਤਿਰੰਗੇ ਬਾਰੇ ਉਹਨਾਂ ਲੋਕਾਂ ਨੂੰ ਪਤਾ ਹੈ ਜਿਨ੍ਹਾਂ ਦੇ ਪਿਓਆਂ ਦੀਆਂ ਲਾਸ਼ਾਂ ਉਸ ਤਿਰੰਗੇ ਦੇ ਵਿੱਚ ਲਿਪਟ ਕੇ ਆਈਆਂ, ਠੀਕ ਹੈ? ਉਹਨਾਂ ਲੋਕਾਂ ਨੂੰ ਪਤਾ ਹੈ ਕਿ ਤਿਰੰਗਾ ਦੀ ਜਿਹੜੀ ਹੈਗੀ ਤਿਰੰਗਾ ਕਿਵੇਂ ਚਲਾਇਆ ਗਿਆ। ਅੱਜ ਤਿਰੰਗੇ ਨੂੰ ਤੁਸੀਂ ਗੁਜਰਾਤ ਦੇ ਇੱਕ ਜਿਹੜਾ ਹੈਗਾ ਇੰਡਸਟਰੀਅਲਿਸਟ ਨੂੰ 10,000 ਕਰੋੜ ਰੁਪਏ ਦਾ ਠੇਕਾ ਦਿੱਤਾ, ਉਹਦੇ ਬਾਅਦ ਉਹਦੇ ਝੰਡੇ ਵਿਕਵਾਤੇ। ਔਰ ਬੜੇ ਸ਼ਰਮ ਦੀ ਗੱਲ ਹੈਗੀ ਆ ਕਿ ਟ੍ਰਿਬਿਊਨ ਦੇ ਵਿੱਚ ਲਿਖਿਆ ਆ ਰਿਹਾ ਕਿ ਪੰਜਾਬ ਨੇ 5 ਕਰੋੜ ਰੁਪਏ ਦੇ ਝੰਡੇ ਵੇਚੇ। ਕਿੱਡਾ ਡੈਰੋਗੇਟਰੀ ਵਰਡ ਹੈਗਾ ਕਿ ਪੰਜਾਬ ਨੇ ਝੰਡੇ ਵੇਚੇ, ਠੀਕ ਹੈ ਨਹੀਂ? ਫਲਾਣੇ ਨੇ ਝੰਡੇ ਫਲਾਣੇ ਤੋਂ ਖਰੀਦੇ। ਸੋ ਇਹ ਹਾਲਾਤ ਜਿਹੜੇ ਹੈਗੇ ਆ ਨਾ, ਮੈਨੂੰ ਇਹ ਲੱਗਦਾ ਹੈਗਾ
ਕਿ ਬਹੁਤ ਹੀ ਮਤਲਬ ਨਿਰਾਸ਼ਾਯੋਗ ਹਾਲਾਤ ਹਿੰਦੁਸਤਾਨ ਦੇ ਵਿੱਚ ਬਣੇ ਵੀ। ਠੀਕ ਹੈ, ਆਪਾਂ ਮੰਨ ਲੈਂਦੇ ਹਾਂ ਕਿ ਪੰਜਾਬ ਦੀ ਹੁਣ ਤੁਸੀਂ ਗੱਲ ਕਰ ਰਹੇ ਹੋ, ਇੱਥੋਂ ਸਿੱਧਾ ਪਾਕਿਸਤਾਨ ਮਾਲ ਜਾਂਦਾ ਸੀ, ਟਰਾਂਸਪੋਰਟ ਰਾਹੀਂ ਕਰਦੇ ਸੀ, ਪਰ ਇਹਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਤੇ ਪੋਰਟ ਜਿਹੜੇ ਨੇ ਫਿਰ ਇੱਕ ਵਾਰ ਗੁਜਰਾਤ ਦੇ ਖੋਲ੍ਹ ਦਿੱਤੇ ਗਏ ਨੇ ਵੀ ਉੱਥੋਂ ਜਾਊਗਾ ਮਾਲ। ਕੀ ਜਾਣ ਬੁੱਝ ਕੇ ਵੀ ਕਬੱਡੀ ਚਾਲ ਹੈ ਕਿ ਹਰ ਹੱਥ, ਹਰ ਕਿਲਾ, ਹਰ ਵਸੀਲਾ ਪੰਜਾਬ ਤੋਂ ਖੋਲ੍ਹ ਦਿੱਤਾ ਜਾਵੇ ਤੇ ਗੁਜਰਾਤੀ ਨੂੰ ਫਾਇਦਾ ਦਿੱਤਾ ਜਾਵੇ? ਮੈਂ ਉਹੀ ਗੱਲ ਪੁੱਛਦਾ ਹਾਂ ਫਿਰ। ਹੁਣ ਤੁਹਾਡਾ ਬੜਾ ਵਧੀਆ ਕੁਐਸਚਨ ਹੈ। ਕੀ ਲੜਾਈ ਹੈ ਪਾਕਿਸਤਾਨ ਦੇ ਨਾਲ? ਕੋਈ ਲੜਾਈ ਨਹੀਂ। ਕੱਲ੍ਹ ਦੀ ਗੱਲ ਮੈਂ ਤੁਹਾਨੂੰ ਕੱਲ੍ਹ ਦੀ ਦੱਸਦਾ। ਕੱਲ੍ਹ ਕਹਿੰਦੇ ਆ ਜੀ ਉੱਥੇ ਅੰਮ੍ਰਿਤਸਰ ਦੇ ਵਿੱਚ ਰਣਜੀਤ ਐਵੀਨਿਊ ਦੇ ਵਿੱਚ ਇੰਨਾ ਸਮਾਨ ਮਿਲਿਆ ਤੇ ਉਹਦੇ ਨਾਲ ਇੱਕ ASI ਦੀ ਥੱਲੇ ਲਾਇਆ ਵਾ ਸੀ ਉਹ ਜੀ, ਕੁੱਤੇ ਨੇ ਉਹਦੀਆਂ ਤਾਰਾਂ ਵੱਢਤੀਆਂ ਜੀ, ਉਹ ਖਿੱਚ ਲਿਆ ਜੀ। ਹੁਣ ਕਿਤੇ ਕੁੱਤੇ ਨੂੰ ਸਨਮਾਨਿਤ ਨਾ ਕਰਨ ਲੱਗ ਜਾਣ। ਇਹ ਮੈਂ ਇਹ ਪੁੱਛਦਾ ਉਹ ਆਇਆ ਕਿੱਥੋਂ? 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ BSF ਲਾਈ ਵੀ ਆ, ਉਹ ਤੋਂ ਗਾਹਾਂ ਪੰਜਾਬ ਦੀ ਪੁਲਿਸ ਹੈਗੀ ਆ। ਦੋਵੇਂ ਜਿਹੜੀਆਂ ਹੈਗੀਆਂ ਇਹਦਾ ਮਤਲਬ ਦੋਹਾਂ ਦਾ ਫੇਲਰ ਹੈਗਾ। ਉਹ ਆਇਆ ਕਿੱਥੋਂ ਹੈ? ਉਹਦੇ ਲਈ ਅਕਾਊਂਟੇਬਿਲਟੀ ਕਿਹਦੀ ਹੈਗੀ ਆ? ਕੌਣ ਜ਼ਿੰਮੇਵਾਰ ਹੈਗਾ? ਤੁਸੀਂ ਕੁਛ ਨਹੀਂ ਹੈਗਾ। ਤੁਸੀਂ ਲੋਕਾਂ ਦਾ ਧਿਆਨ ਭਟਕਾ ਰਹੇ ਹੈਗੇ ਆ ਪਾਕਿਸਤਾਨ ਦੇ ਖਿਲਾਫ। ਇੱਕ ਮੈਂ ਕਹਿੰਦਾ ਹੈਗਾ ਕਿ ਬਹੁਤ ਚੰਗੀ ਗੱਲ ਆ, ਘਰ ਘਰ ਤਿਰੰਗਾ ਚੜਾਉਣਾ ਚਾਹੀਦਾ ਸੀ, ਇਹਨਾਂ ਨੂੰ ਬਿਲਡਿੰਗਾਂ ਤੇ ਲਾਉਣਾ ਚਾਹੀਦਾ ਸੀ, ਜਾ ਕੇ ਲਦਾਖ ਦੇ ਬਾਰਡਰ ਤੇ ਵੀ ਲਾ ਕੇ ਆਉਣਾ ਚਾਹੀਦਾ ਸੀ, ਦੱਸਣ ਵੀ ਸਾਡਾ ਕਿੱਥੇ ਤੱਕ ਆ ਬਾਰਡਰ, ਸਾਡਾ ਇੰਡੀਆ ਕਿੱਥੇ ਤੱਕ। RSS ਦੇ ਦਫ਼ਤਰ 'ਚ ਵੀ ਲਾਉਣਾ ਚਾਹੀਦਾ। ਬਿਲਕੁਲ, ਸਾਨੂੰ ਪਤਾ ਲੱਗੇ ਨਾ ਸਾਡਾ ਇੰਡੀਆ ਕਿੱਥੇ ਤੱਕ ਹੈਗਾ। ਉਧਰ ਨੂੰ ਕਿਉਂ ਨਹੀਂ ਕਰਦੇ? ਅੱਜ ਸਵਾਲ ਕੀ ਹੈਗਾ? ਚਾਈਨਾ ਆ ਕੇ ਸ਼੍ਰੀਲੰਕਾ ਦੇ ਵਿੱਚ ਆਪਣਾ ਬੇੜਾ ਖੜਾ ਕਰ ਰਿਹਾ, ਸਭ ਦੇ ਸਾਹਮਣੇ ਆ। ਨੇਪਾਲ ਤੋਂ ਵਾਗੀ ਹੋਇਆ ਪਿਆ। ਰਿਲੇਸ਼ਨ ਕਿਹਦੇ ਨਾਲ ਤੁਹਾਡੇ ਚੰਗੇ ਹੈਗੇ ਆ? ਕਿਸੇ ਨਾਲ ਵੀ ਨਹੀਂ। ਔਰ ਤੁਸੀਂ ਪਾਕਿਸਤਾਨ ਦੇ ਬਾਰਡਰ ਇਸ ਕਰਕੇ ਸੀਲ ਕਰੇ ਵੇ ਹੈਗੇ ਆ ਕਿ ਸਭ ਤੋਂ ਵੱਡਾ ਸਿਲਕ ਰੂਟ ਸੀ ਜਿਹੜਾ ਪੰਜਾਬ ਦੀ ਖੁਸ਼ਹਾਲੀ ਦਾ ਜਿਹੜਾ ਰਸਤਾ ਸੀ ਅਪ ਟੂ ਅਫਗਾਨਿਸਤਾਨ, ਉਹ ਤੁਸੀਂ ਸਾਰਾ ਜਾਣ ਕੇ ਬੰਦ ਕਰਤਾ। ਔਰ ਗੁਜਰਾਤ ਹੈ ਜਿਹੜਾ ਤੁਸੀਂ ਮੈਂ ਪੁੱਛਦਾ ਇਹ ਹੈਗਾ, ਤੁਸੀਂ ਕਿਉਂ ਨਹੀਂ ਕਹਿੰਦੇ ਹੈਗੇ? ਪਿਛਲੇ ਦਿਨਾਂ ਦੇ ਵਿੱਚ ਗੁਜਰਾਤ ਬਾਰਡਰ ਦੇ ਉੱਤੇ ਜਿਹੜੀ ਹੈਗੀ ਆ ਨਸ਼ੇ ਦੀਆਂ ਵੱਡੀਆਂ ਵੱਡੀਆਂ ਖੇਪਾਂ ਮਿਲੀਆਂ, ਕਦੇ ਰੌਲਾ ਪਿਆ? ਉਹ ਵੀ ਪੰਜਾਬ ਵਾਲਿਆਂ ਨੇ ਕਿਹਾ ਕਿ ਉਹ ਫਲਾਣੇ ਤੋਂ ਜੀ ਇੰਨੀ ਖੇਪ ਹੈ, ਇੰਨੀ ਖੇਪ ਹੈ। ਇੱਥੇ ਕਿਉਂ ਹੋ ਰਿਹਾ ਹੈਗਾ? ਉਰੇ ਦਾ ਰੌਲਾ ਕਿਉਂ ਪੈ ਰਿਹਾ? ਨਾਲੇ ਛੋਟੀ ਛੋਟੀ ਉਹ ਹੈ ਡਿਲੀਵਰੀ ਹੈ। ਗੁਜਰਾਤ 'ਚ ਕਿਉਂ ਨਹੀਂ ਰੌਲਾ ਪੈ ਰਿਹਾ? ਸਵਾਲ ਇਹੀ ਹੈਗਾ ਕਿ ਗੁਜਰਾਤ ਨੂੰ ਖੁਸ਼ਹਾਲ ਕਰਿਆ ਜਾ ਰਿਹਾ, ਪੰਜਾਬ ਨੂੰ ਡਾਊਨ ਕਰਿਆ ਜਾ ਰਿਹਾ। ਬਿਲਕੁਲ, ਪੰਜਾਬ ਨੂੰ ਡਾਊਨ ਤੇ ਗੁਜਰਾਤ ਨੂੰ ਖੁਸ਼ਹਾਲ ਦੇ ਨਾਲ ਨਾਲ ਇੱਕ ਇੰਪੋਰਟੈਂਟ ਗੱਲ ਇਹ ਹੈਗੀ ਆ ਕਿ ਕੋਈ ਇੱਦਾਂ ਦਾ ਕਾਨੂੰਨ ਬਾਰੇ ਮੈਂ ਜਾਣਨਾ ਚਾਹੁੰਦਾ, ਸਾਡੇ ਦਰਸ਼ਕ ਵੀ ਜਾਣਨਾ। ਜਦ ਕੋਈ ਬੈਂਕ ਤੋਂ ਕਿਸੇ ਦਾ ਲੋਨ ਮਾਫ ਹੋ ਜਾਂਦਾ, ਕਿਹਾ ਜਾਂਦਾ ਕਿ ਕੰਪਨੀ ਆ ਜਿਹੜੀ ਆ ਉਹ ਮੰਨ ਲਓ ਇੱਕ ਕਾਮਯਾਬ ਨਹੀਂ ਹੋਈ ਜਾਂ ਬਰਬਾਦ ਹੋ ਗਈ ਹੈ, ਕਿ ਸਿਰਫ ਉਹੀ ਕੰਪਨੀ ਦਾ ਲੋਨ ਮਾਫ ਕਰਨਾ ਜਾਂ ਉਹਦੇ ਮਦਰ ਕੰਪਨੀ ਆ ਕਿ ਉਹ ਤੋਂ ਨਹੀਂ ਵਾਪਸ ਵਸੂਲਿਆ ਜਾ ਸਕਦਾ? ਕਿ ਮੇਰਾ ਭਾਵ ਹੈ ਕਿ ਵੱਡਾ ਕੋਈ ਕਿੰਗਪਿਨ ਹੈ ਆਪਣੀ ਇੱਕ ਛੋਟੀ ਕੰਪਨੀ ਸ਼ੁਰੂ ਕਰ ਲੈਂਦਾ, ਉਹ ਤੋਂ ਕਰੋੜਾਂ ਰੁਪਏ ਬੈਂਕਾਂ ਤੋਂ ਲੋਨ ਲੈ ਲੈਂਦਾ, ਸਰਕਾਰ ਉਹਦਾ ਲੋਨ ਵੀ ਛੱਡ ਦਿੰਦੀ ਹੈ, ਤੇ ਪਰ ਉਹਦੇ ਜਿਹੜੇ ਵੱਡੇ ਹੋਰ ਕਾਰੋਬਾਰ ਨੇ ਉਹਦੇ ਕੋਈ ਉੱਤੇ ਨਹੀਂ ਕਾਰਵਾਈ ਹੁੰਦੀ। ਹੋ ਕੇ ਉੱਥੇ ਆ ਗਈ ਨਾ ਗੱਲ। ਫੇਰ ਦੇਖੋ, ਕਿਸਾਨਾਂ ਦਾ ਜਿਹੜਾ ਲੋਨ ਹੈਗਾ ਉਹ ਜਦੋਂ ਕੈਲਕੂਲੇਸ਼ਨ ਹੋਈ ਸੀ ਉਹ 95,000 ਕਰੋੜ ਰੁਪਏ ਦਾ ਲੋਨ ਸੀ। ਪਿੱਛੇ ਆ ਵੱਡੇ ਬਿਗ ਬੁਲਸ ਹੈਗੇ ਆ ਜਿਹੜੇ, ਇਹਨਾਂ ਨੂੰ 10 ਲੱਖ ਕਰੋੜ ਰੁਪਏ ਦਾ ਜਿਹੜਾ ਹੈਗਾ ਮਾਫ ਕਰਿਆ ਗਿਆ ਹੈਗਾ ਵਿਦਆਊਟ ਐਨੀ ਰੀਜ਼ਨ। ਆ ਜਿਹੜੇ ਝੰਡੇ ਛੱਪੇ ਹੈਗੇ ਆ, ਇਹ ਪੋਲਿਸਟਰ ਦੀ ਜਿਹੜੀ ਉਹ ਹੈਗੀ ਆ ਮਸ਼ੀਨ ਹੈਗੀ ਆ, ਸਿਰਫ ਅੰਬਾਨੀ ਕੋਲ ਹੈ। ਕਿਉਂ ਇਹ ਛੱਪ ਰਹੇ ਹੈਗੇ ਆ? ਠੀਕ ਹੈ ਨਹੀਂ? ਸੋ ਇਹ ਜਿਹੜੇ ਹਾਲਾਤ ਪੈਦਾ ਕਰੇ ਜਾ ਰਹੇ ਹੈਗੇ ਆ ਨਾ ਮੁਲਕ ਦੇ ਵਿੱਚ, ਇਹ ਬੜੇ ਡੇਂਜਰਸ ਹੈ। ਇਹ ਕਿਤੇ ਨਾ ਕਿਤੇ ਦੇਸ਼ ਨੂੰ ਜਿਹੜਾ ਹੈਗਾ ਗੁਲਾਮੀ ਵੱਲ, ਫਾਸ਼ਿਜ਼ਮ ਵੱਲ, ਹਿੰਦੂਵਤਾ ਵੱਲ, ਸਾਰੇ ਵੱਲ ਜਿਹੜਾ ਹੈਗਾ ਆਪ ਲਿਜਾਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ। ਔਰ ਇੱਥੇ ਜਿਹੜੀ ਹੈਗੀ ਆ ਮੋਦੀ ਸਾਹਿਬ ਡਿਕਟੇਟਰ ਬਣਨ ਦੀ ਕੋਸ਼ਿਸ਼ ਕਰ ਰਹੇ ਆ। ਦੂਜਾ ਉਹਨਾਂ ਦਾ ਜਾਨਸ਼ੀਨ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਹੱਥ ਖੜੇ ਕਰਕੇ ਜਿਹੜਾ ਬੋਲਦਾ ਹੈਗਾ ਆਪਣੇ ਕੇਜਰੀਵਾਲ ਸਾਹਿਬ, ਉਹ ਪੈਦਾ ਹੋ ਚੁੱਕੇ। ਇੱਕ ਆਖਰੀ ਸਵਾਲ ਇੰਪੋਰਟੈਂਟ ਵੀ ਹੈਗਾ, ਲਖੀਮਪੁਰ ਖੀਰੀ ਦੇ ਵਿੱਚ 3 ਰੋਜ਼ਾ ਜਿਹੜਾ ਧਰਨਾ ਲਾਉਣ ਦੀ ਗੱਲ ਆਖੀ ਗਈ ਹੈ, 72 ਘੰਟੇ ਧਰਨਾ। ਕੀ ਲੱਗਦਾ ਧਰਨਾ ਇਸ ਵਾਰ ਕਾਮਯਾਬ ਹੋਊਗਾ? ਕਿਉਂਕਿ ਪਹਿਲਾਂ ਹੀ ਖੇਰੂ ਹੋਏ ਪਏ ਨੇ ਖੁਦ ਸੰਯੁਕਤ ਮੋਰਚੇ ਵਾਲੇ। ਦੇਖੋ, ਇਹਨਾਂ ਦੀਆਂ ਗਲਤੀਆਂ ਕਰਕੇ ਪਿਛਲੇ ਟਾਈਮਾਂ ਦੇ ਵਿੱਚ ਅੱਜ ਇਹ ਇਕੱਠੇ ਹੋਣ ਦਾ ਜਿਹੜਾ ਢੌਂਗ ਕਰ ਰਹੇ ਆ ਜਾਂ ਮਤਲਬ ਕੋਸ਼ਿਸ਼ ਕਰ ਰਹੇ ਹੈਗੇ ਆ, ਇਹਦੇ ਪਿੱਛੇ ਵੀ ਬਹੁਤ ਸਾਰੀਆਂ ਗੱਲਾਂ ਹੈਗੀਆਂ, ਬਹੁਤ ਸਾਰੇ ਗੱਲਾਂ ਹੋ ਰਹੀਆਂ ਕਿ ਕੌਣ ਕਿੰਨਾ ਖਾ ਗਿਆ। ਹਰ ਬੰਦਾ ਜਿਹੜਾ ਹੈਗਾ ਇਹਨਾਂ ਉੱਪਰ ਨੂੰ ਕੁਐਸਚਨ ਮਾਰਕ ਖੜਾ ਕਰ ਰਿਹਾ ਹੈਗਾ। ਤੁਸੀਂ ਇਹ ਠੀਕ ਹੈ ਕਿ ਤੁਸੀਂ ਗੱਲ ਕੀਤੀ ਹੈ ਲਖੀਮਪੁਰ ਖੀਰੀ ਦੀ,
ਉਸ ਮਰਡਰ ਕੇਸ ਦੀ ਜਿਹੜਾ ਮਿਸ਼ਰਾ ਦੇ ਵਿੱਚ ਹੈਗਾ, ਮੈਂ ਹੁਣ ਮੇਰਾ ਜੁਡੀਸ਼ਰੀ ਤੇ ਵੀ ਇਹ ਕੁਐਸਚਨ ਹੈਗਾ ਔਰ ਸਰਕਾਰਾਂ ਤੇ ਵੀ ਇੱਕ ਕੁਐਸਚਨ ਹੈਗਾ। ਸਰਕਾਰ ਵੱਡੇ ਬੰਦੇ ਨੂੰ ਪੈਸੇ ਵੀ ਮਾਫ ਕਰ ਸਕਦੀ ਹੈ। ਸਰਕਾਰ ਬਿਲਕਿਸ ਵਰਗੇ ਇੰਨੇ ਮਰਡਰ ਔਰ ਰੇਪ ਕੇਸ ਦੇ ਵਿੱਚ ਬੰਦਿਆਂ ਨੂੰ ਆਜ਼ਾਦੀ ਦੇ ਦੇਣ ਤੇ ਆਜ਼ਾਦੀ ਵੀ ਦੇ ਸਕਦੇ ਹੈਗੇ ਆ, ਠੀਕ ਹੈ ਨੇ। ਔਰ ਤੁਸੀਂ ਉੱਥੇ ਜਿਹੜਾ ਹੈਗਾ ਉਹ ਮਰਡਰ ਕੇਸ ਦੇ ਵਿੱਚ ਬੰਦੇ ਦੀ ਸਜ਼ਾ ਜਿਹੜੀ ਹੈਗੀ ਜ਼ਮਾਨਤ ਹੋ ਗਈ ਸੀ ਮਰਡਰ ਕੇਸ ਦੇ ਵਿੱਚ, ਔਰ ਕਿਹਨੇ ਕੀਤੀ? ਕੋਰਟ ਨੇ। ਉਹ ਚਲੋ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਹੈਗਾ ਉਹਦੇ ਵਿੱਚ ਦੁਬਾਰਾ ਉਹਦੀ ਜਿਹੜੀ ਹੈਗੀ ਰੱਦ ਕਰਤੀ, ਉਹ ਵੱਖਰੀ ਗੱਲ ਹੈਗੀ ਆ। ਪਰ ਉਹ ਅੰਦਰ ਕਿਵੇਂ ਰਹਿ ਰਿਹਾ ਹੈਗਾ? ਇਹ ਐਵੇਂ ਇੱਕ ਗੱਲਾਂ ਨਾਂ ਦਾ ਅੰਦਰ ਰਹਿ ਰਿਹਾ ਹੈਗਾ। ਉਹਦੇ ਲਈ ਜੇਲ੍ਹ ਨਹੀਂ ਹੈਗਾ, ਇੱਕ ਪਿਕਨਿਕ ਸਪਾਟ ਬਣਿਆ ਵਾ ਹੈਗਾ। ਔਰ ਉਹ ਸੋ ਮਤਲਬ ਗੱਲ ਇਹ ਉੱਥੇ ਹੀ ਆ ਜਾਂਦੀ ਹੈ ਕਿ ਕਾਨੂੰਨ ਹੈ ਜਿਹੜਾ ਉਹ ਵੀ ਕਿਤੇ ਨਾ ਕਿਤੇ ਦੋਹਰੇ ਮਾਪਦੰਡ ਹੈ। ਔਰ ਸਰਕਾਰ ਦੇ ਹੱਥਾਂ ਦੇ ਵਿੱਚ ਉਹ ਪਿੰਜਰੇ ਦਾ ਤੋਤਾ ਬਣਿਆ ਵਾ, ਪੁਲਿਸ, ਸਾਡਾ ਸਿਸਟਮ, ਸਾਰਾ ਕੁਛ। ਬਿਲਕੁਲ। ਇੱਕ ਜਾਂਦੇ ਜਾਂਦੇ ਇੱਕ ਸਵਾਲ ਹੋਰ ਜਿਹੜਾ ਬੜਾ ਇੰਪੋਰਟੈਂਟ ਹੈਗਾ ਆ, ਖੇਤਰੀ ਪਾਰਟੀਆਂ ਦੀ ਆਪਾਂ ਗੱਲ ਕਰ ਰਹੇ ਸੀ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲੈਂਦੇ ਹਾਂ ਦੁਬਾਰਾ। ਫਿਰ ਇੱਕ ਵਾਰ ਬਿਲਕੁਲ ਬਿਖਰ ਗਈ ਸੀ ਪਾਰਟੀ, ਪਰ ਬਿਕਰਮ ਮਜੀਠੀਆ ਦੀ ਵਾਪਸੀ ਜਾਂ ਕਹੀਏ ਕਿ ਜੇਲ੍ਹ ਤੋਂ ਬਾਹਰ ਆਉਣ ਸਾਰ ਕਿਤੇ ਨਾ ਕਿਤੇ ਮਜ਼ਬੂਤੀ ਨਜ਼ਰ ਆ ਰਹੀ ਹੈ। ਕਿ ਲੱਗਦਾ ਵਾਕਈ ਕਿ ਬਿਕਰਮ ਮਜੀਠੀਆ ਜਿਹੜੇ ਅਗਲੀ ਕਮਾਂਡ ਸੰਭਾਲ ਸਕਦੇ ਨੇ? ਨਹੀਂ, ਚਲੋ ਇਹ ਤਾਂ ਦੇਖੋ ਇੱਕ ਪਾਰਟੀ ਹੈਗੀ ਆ, ਪਾਰਟੀ ਦੇ ਵਿੱਚ ਡੈਮੋਕ੍ਰੇਸੀ ਆ, ਪਾਰਟੀ ਦੀ ਇੱਕ ਕੋਰ ਕਮੇਟੀ ਹੈਗੀ ਆ, ਜੋ ਫੈਸਲਾ ਕਰਦੀ ਹੈਗੀ ਆ ਉਹ ਤਾਂ ਪਾਰਟੀ ਦੀ ਅੰਦਰੂਨੀ ਜਿਹੜੀ ਉਹ ਹੈਗੀ ਆ ਸਟਰਕਚਰ ਹੈਗਾ ਉਹਦੇ ਮੁਤਾਬਕ ਹੋਣਾ। ਇਹ ਮੇਰੇ ਲਈ ਇਹ ਕੁਐਸਚਨ ਜਿਹੜਾ ਹੈਗਾ ਬਹੁਤ ਵੱਡਾ ਹੈਗਾ। ਮੈਂ ਇਹਦੇ ਤੇ ਕੁਐਸਚਨ ਨਹੀਂ ਆਨਸਰ ਨਹੀਂ ਕਰ ਸਕਦਾ ਕਿਉਂਕਿ ਮੇਰੀ ਹੈਸੀਅਤ ਉਨੀ ਨਹੀਂ ਹੈਗੀ। ਸੋ ਇਸ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੈਨੂੰ ਇਹ ਲੱਗਦਾ ਵੀ ਜਿਹੜੇ ਵੀ ਫੈਸਲੇ ਕਰੇ ਜਾਣ ਉਹ ਪ੍ਰੋਪਰ ਕਰੇ ਜਾਣ। ਔਰ ਦੇਖੋ ਮੈਂ ਇਹ ਹੁਣ ਤੁਸੀਂ ਕੁਐਸਚਨ ਮੈਨੂੰ ਕਰੇ ਲਿਆ, ਹਰ ਬੰਦਾ ਕੁਐਸਚਨ ਕਰਦਾ ਕਿ ਸੁਖਬੀਰ ਬਾਦਲ ਨੂੰ ਰਿਜ਼ਾਈਨ ਕਰਨਾ ਚਾਹੀਦਾ, ਠੀਕ ਹੈ। ਤੁਸੀਂ ਸੁਖਬੀਰ ਬਾਦਲ ਨੂੰ ਛੱਡ ਦਿਓ, ਥੱਲੇ ਕੀ ਹਾਲ ਹੈ? ਥੱਲੇ ਕੀ ਹਾਲ ਹੈ? ਆਪਾਂ ਡਿਸਟ੍ਰਿਕਟ ਲੈਵਲ ਤੇ ਚਲੇ ਜਾਓ, ਲੋਕਾਂ ਨੇ ਕੁਐਸਚਨ ਉਠਾਏ ਆ ਕਿ ਬਾਪ ਪਹਿਲਾਂ ਪ੍ਰਧਾਨ MLA ਸੀ, ਹੁਣ ਪੁੱਤ MLA। ਉਹ ਬਾਪ ਜ਼ਿਲ੍ਹੇ ਦਾ ਪ੍ਰਧਾਨ ਸੀ, ਹੁਣ ਪੁੱਤ ਜ਼ਿਲ੍ਹੇ ਦਾ ਪ੍ਰਧਾਨ। ਮਤਲਬ ਇਹ ਤੁਹਾਨੂੰ ਕਿਤੇ ਨਾ ਕਿਤੇ ਇਹ ਲੀਹਾਂ ਜਿਹੜੀਆਂ ਹੈਗੀਆਂ ਸਹੀ ਡੈਮੋਕ੍ਰੇਟਿਕ ਪਾਰਟੀ ਲਈ ਇਹ ਤੋੜਨੀਆਂ ਪੈਣਗੀਆਂ। ਬਿਲਕੁਲ, ਕਿਉਂਕਿ 42 ਦੇ ਕਰੀਬ ਜਿਹੜੇ ਸਰਵੇ ਦੇ ਵਿੱਚ ਸਵਾਲ ਆਏ ਨੇ ਉਹਨਾਂ ਦੇ ਵਿੱਚੋਂ ਇਹ ਗੱਲਾਂ ਸਾਹਮਣੇ ਆਈਆਂ ਨੇ। ਸੋ ਉਮੀਦ ਹੈ ਕਿ ਕੁਛ ਨਾ ਕੁਛ ਪੰਜਾਬ ਦਾ ਬਦਲਾਵ ਜ਼ਰੂਰ ਆਵੇਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਤਾਨੀ ਸਾਹਿਬ, ਤੁਸੀਂ ਸਮਾਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਇਹ ਸਨ ਸਾਡੇ ਨਾਲ ਅਮਰਦੀਪ ਧਾਰਨੀ ਹੋਣੀ, ਸੀਨੀਅਰ ਐਡਵੋਕੇਟ ਨੇ। ਤਮਾਮ ਮੁੱਦਿਆਂ ਉੱਤੇ ਚਰਚਾ ਕੀਤੀ ਗਈ ਆ, ਜੋ ਗੰਭੀਰ ਮੁੱਦੇ ਵੀ ਆ, ਚਾਹੇ ਪੰਜਾਬ ਨਾਲ ਜੁੜੇ ਹੋਣ, ਚਾਹੇ ਸਾਡੇ ਦੇਸ਼ ਨਾਲ, ਜਾਂ ਫਿਰ ਸਾਡੇ ਨਾਲ ਜੁੜੇ ਹੋਣ। ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੇ ਧਾਰਨੀ ਸਾਹਿਬ ਨੇ ਜਵਾਬ ਦਿੱਤੇ ਉਹ ਪਸੰਦ ਆਏ ਹੋਣਗੇ। ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ। ਧੰਨਵਾਦ।